ਲੈਕਚਰ ਵਿੱਚ ਤੁਸੀਂ ਕੁਦਰਤੀ ਰੇਸ਼ਿਆਂ ਸੰਸਲਿਸ਼ਟ ਰੇਸ਼ਿਆਂ ਬਾਰੇ ਪੜ੍ਹਿਆ ਸੀਗਾ। ਤੁਹਾਨੂੰ ਉਮੀਦ ਆ ਪੂਰਾ ਸਮਝ ਆ ਗਿਆ ਹੋਵੇਗਾ। ਉਸ ਤੋਂ ਅਗਲਾ ਟੌਪਿਕ ਜਿਹੜਾ ਹੈਗਾ ਉਹ ਹੈਗਾ ਪਲਾਸਟਿਕ। ਜਿਹੜਾ ਆਪਾਂ ਡਿਸਕਸ ਕਰਨਾ ਅੱਜ ਉਹ ਕੀ ਹੈ, ਪਲਾਸਟਿਕ। ਤੁਸੀਂ ਸਭ ਤੋਂ ਪਹਿਲਾਂ ਕਰਨਾ ਕੀ ਹੈ ਪਿਆਰੇ ਵਿਦਿਆਰਥੀਓ, ਘਰ ਵਿੱਚ ਜਿੰਨੀਆਂ ਵੀ ਵਸਤੂਆਂ ਪਈਆਂ ਪਲਾਸਟਿਕ ਦੀਆਂ ਉਹਨਾਂ ਨੂੰ ਸੂਚੀ ਬਣਾਉਣੀ ਹੈ। ਤੁਸੀਂ ਘਰ ਦੇਖਿਓ ਆਮ ਤੌਰ ਤੇ ਮੱਗ ਪਲਾਸਟਿਕ ਦੇ ਹੋ ਸਕਦੇ, ਘਰ ਵਿੱਚ ਬਾਲਟੀਆਂ ਹੁੰਦੀਆਂ ਪਲਾਸਟਿਕ ਦੀਆਂ, ਬੱਚਿਆਂ ਦੇ ਖਿਡੌਣੇ, ਕੁਰਸੀਆਂ, मेज, बॉटल्स, बोतलां, ये सानू बहुत सारिया प्लास्टिक दी वस्तुआं सानू आम अपने घरां विच की आ पईयां मिल जांदियां हन। हुण ये दिमाग च क्वेश्चन आउंदा भी प्लास्टिक बनदा किवें है। तुसीं पहले अध्याय विच जिहड़ा पहला लैक्चर देखिया होगा भी तुहानूं एक माला दिखाई होगी, मोतियां दी माला, वो किसी संस्कृत में दिखाए थे। इसी तरह प्लास्टिक भी की है, प्लास्टिक भी की है एक बॉलक है। प्लास्टिक की एक बॉलक है जो कि एक तरह की इकाइयां की व्यवस्था ना बनता, जिवें दिखाया गया है ये किसी इको तरह की इकाई ना बनया गया। इस संस्कृत दिशा से इस तरह की होंदा है जो एक किस्म की इकाई ना बनता है तो सीधी चेन बनाता है, उन्होंने आप कहने हैं लीनियर रेखीय व्यवस्था। एक ही है प्लास्टिक की रेखीय व्यवस्था, इन्होंने आप लीनियर भी कह सकते हैं, रेखीय लीनियर कहते हैं। इसी तरह एक होर किस्म हो सकती है जिसकी बड़े प्लास्टिक हो कि क्रॉस लिंक हो सकता है। ठीक है, सारे जो प्लास्टिक है ये जरूरी नहीं एको तरह की इकाई तो मिलकर बने हो, अलग अलग इकाइयां तो मिलकर ही बने हो सकते हैं। जे यदि व्यवस्था क्रॉस इस तरह हो, नीचे भी लगे हो सकते, ऊपर भी लगे हो सकते हैं, इनू आप कहने हैं क्रॉस लिंक बॉलक। एक ही है क्रॉस लिंक्ड व्यवस्था है ये। इस तरह प्लास्टिक की दो व्यवस्था होंगी, एक लीनियर ते की होंगी है क्रॉस लिंक। हम की तुसीं आम देखियो जो प्लास्टिक दी वस्तुआं लिखियां आपां ਉਹਦੇ ਕੀ ਆ ਆਕਾਰ ਕੀ ਆ ਵੇ ਅਲੱਗ-ਅਲੱਗ ਹੁੰਦੇ ਆ। ਪਲਾਸਟਿਕ ਦੀਆਂ ਵਸਤੂਆਂ ਦੇ ਆਕਾਰ ਕੀ ਆ ਅਲੱਗ-ਅਲੱਗ ਹੁੰਦੇ ਆ। ਕੋਈ ਚੌਰਸ ਹੋ ਸਕਦਾ, ਕੋਈ ਗੋਲ ਹੋ ਸਕਦਾ, ਕੋਈ ਮੱਗ ਸ਼ੇਪ ਆ, ਕੋਈ ਤਿਕੋਣਾ ਹੋ ਸਕਦਾ। ਕੀ ਪਲਾਸਟਿਕ ਦੀ ਵਸਤੂ ਦੇ ਆਕਾਰ ਕੀ ਅਲੱਗ-ਅਲੱਗ ਹੁੰਦੇ ਆ। ਵੱਖ-ਵੱਖ ਪਲਾਸਟਿਕ ਕੀ ਆ ਵੱਖ-ਵੱਖ ਆਕਾਰ ਵਿੱਚ ਉਪਲਬਧ ਹੈ। प्लास्टिक ही है ਵੱਖ-ਵੱਖ आकार ਵਿੱਚ ਉਪਲਬਧ है। ਹੋਰ ਆਪਾਂ ਕੀ ਕਰਦੇ ਹਾਂ, ਪਲਾਸਟਿਕ ਹੈ ਹੁਣ ਆਪਾਂ ਵੱਖ-ਵੱਖ ਰੰਗ ਦੇ ਸਕਦੇ ਹਾਂ। ਇਸ ਨੂੰ ਵੱਖ-ਵੱਖ ਰੰਗਾਂ ਵਿੱਚ ਰੰਗਿਆ ਜਾ ਸਕਦਾ ਹੈ ਜਾਂ ਰੰਗਾਂ ਦਾ ਹੁੰਦਾ ਹੈ। ਇਸ ਨੂੰ ਦੁਬਾਰਾ ਵੀ ਰੰਗਿਆ ਜਾ ਸਕਦਾ ਹੈ। प्लास्टिक नूं दोबारा भी रंगिया जा सकता है। इस नूं दोबारा वरत्या जा सकता है। एक चीज पहला वरती हुई अपन दोबारा रीयूज भी कर सकते हैं। अपन इस नूं पिघलाया जा सकता है, प्लास्टिक नूं पिघलाया जा सकता है। ये प्लास्टिक दी विशेषतावां आ रही हैं।
ਇਸ ਨੂੰ ਪਿਘਲਾ ਕੇ ਵੇਲ ਕੇ ਉਦੋਂ ਬਾਅਦ ਕੀ ਚਾਦਰਾਂ ਬਣਾਈਆਂ ਜਾ ਸਕਦੀਆਂ। ਪਲਾਸਟਿਕ ਚਾਦਰਾਂ ਤੋਂ ਮਿਲਦੀਆਂ ਹੀ ਜਿਹੜਾ ਕਿ ਫਾਈਬਰ ਸ਼ੀਟ ਵੀ ਕਹਿ ਸਕਦੇ ਆਪਾਂ। ਪਲਾਸਟਿਕ ਨੂੰ ਪਿਘਲਾ ਕੇ ਵੇਲ ਕੇ ਚਾਦਰਾਂ ਦੇ ਰੂਪ ਵਿੱਚ ਢਾਲਿਆ ਜਾ ਸਕਦਾ ਹੈ। ਇਸ ਨੂੰ ਖਿੱਚ ਕੇ ਤਾਰਾਂ ਵੀ ਬਣਾ ਸਕਦੇ ਆਪਾਂ। ਪਲਾਸਟਿਕ ਦੀਆਂ ਤਾਰਾਂ ਵੀ ਬਣਾਈਆਂ ਜਾ ਸਕਦੀਆਂ ਹਨ। ਇਸ ਨੂੰ ਗਰਮ ਕਰਕੇ ਮੋੜਿਆ ਵੀ ਜਾ ਸਕਦਾ ਹੈ। ਇਹ ਸੀ ਪਲਾਸਟਿਕ ਦੀਆਂ ਵਿਸ਼ੇਸ਼ਤਾਵਾਂ। ਹੁਣ ਅਸੀਂ ਘਰਾਂ ਵਿੱਚ ਆਮ ਵਰਤਦੇ ਸੀ ਕਿ ਪੋਲੀਥੀਨ ਦੇ ਲਿਫਾਫੇ ਤੁਸੀਂ ਵਰਤਦੇ ਪੋਲੀਥੀਨ ਦੇ ਲਿਫਾਫੇ ਵਰਤਦੇ ਕੀ ਵਰਤਦੇ ਆਪਾਂ ਪੋਲੀਥੀਨ। ਜਿਹਨੂੰ ਆਪਾਂ ਤੋੜੀਏ ਕੀ ਬਣਦਾ ਹੈਗਾ ਪੋਲੀ ਪਲੱਸ ਇਥੀਨ ਕੀ ਬਣਦਾ ਹੈ ਪੋਲੀਥੀਨ। ਇਹ ਇੱਕ ਪਲਾਸਟਿਕ ਦੀ ਉਦਾਹਰਨ ਹੈ ਜਿਹੜੀ ਕਿ ਆਮ ਆਪਾਂ ਇਹਨਾਂ ਲਿਫਾਫੇ ਜਾਂ ਥੈਲੀਆਂ ਨਾਲ ਆਪਾਂ ਘਰਾਂ ਵਿੱਚ ਥੈਲੀਆਂ ਦੇ ਰੂਪ ਵਿੱਚ ਆਪਾਂ ਇਹਦੀ ਵਰਤੋਂ ਕਰਦੇ ਹਾਂ। ਇਹਦੀ ਕੀ ਹੈ ਥੈਲੀਆਂ ਰੂਪ ਵਿੱਚ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ। ਹੁਣ ਅਗਲਾ ਕੁਛ ਹੁੰਦਾ ਹੈਗਾ ਪੈਦਾ ਹੁੰਦਾ ਹੈਗਾ ਜੇ ਪਲਾਸਟਿਕ ਆਪਾਂ ਇੱਥੇ ਲਿਖਿਆ ਗਿਆ ਆਪਾਂ ਨੂੰ ਦੁਬਾਰਾ ਵਰਤ ਸਕਦੇ ਹਾਂ। ਇਹ ਦੁਬਾਰਾ ਕਿਵੇਂ ਵਰਤਿਆ ਜਾਂਦਾ ਹੈ? ਕੀ ਇਹਦਾ ਮਤਲਬ ਪਲਾਸਟਿਕ ਨੂੰ ਆਸਾਨੀ ਨਾਲ ਮੋੜ ਸਕਦੇ ਹਾਂ ਆਪਾਂ ਜਾਂ ਢਾਲ ਸਕਦੇ ਹਾਂਗੇ? ਅਗਲਾ ਕੁਐਸਚਨ ਆਪਣੇ ਦਿਮਾਗ ਨਾਲ ਕੀ ਪੈਦਾ ਹੁੰਦਾ ਹੈਗਾ ਕੀ ਪਲਾਸਟਿਕ ਨੂੰ ਆਸਾਨੀ ਨਾਲ ਮੋੜਿਆ ਜਾ ਸਕਦਾ ਹੈ? ਅਗਲਾ ਕੁਐਸਚਨ ਹੈ ਕੀ ਪਲਾਸਟਿਕ ਨੂੰ ਆਸਾਨੀ ਨਾਲ ਮੋੜਿਆ ਜਾ ਸਕਦਾ ਹੈ? ਇਹ ਸੋਚਣ ਵਾਲੀ ਗੱਲ ਆ ਵੀ ਆਮ ਤੌਰ ਤੇ ਕਿ ਆਪਾਂ ਦੇਖਦੇ ਨੇ ਤੁਸੀਂ ਦੇਖਿਆ ਕਈ ਬੱਚਿਆਂ ਕੋਲੇ ਪਤਲੇ ਜਿਹੇ ਇੱਕ ਪਲਾਸਟਿਕ ਦੇ ਕੀ ਹੁੰਦੇ ਹੈਗੇ ਸਕੇਲ ਹੁੰਦੇ ਆ ਜਿਹੜੇ ਕਿ ਫੋਲਡ ਹੋ ਜਾਂਦੇ ਆ ਉਹ ਸਿੱਧਾ ਕਰ ਲੋ ਮੋੜ ਲੈਂਦੇ ਆ। ਇਹਦਾ ਮਤਲਬ ਕਿ ਪਲਾਸਟਿਕ ਨੂੰ ਨਾ ਮੋੜਿਆ ਵੀ ਜਾ ਸਕਦਾ ਪਰ ਕੁਝ ਵਸਤੂਆਂ ਕੀ ਹੁੰਦੇ ਆਪਾਂ ਮੋੜਦੇ ਆ ਜੋ ਉਹ ਨਾਲ ਨਾਲ ਕੀ ਟੁੱਟ ਜਾਂਦੀਆਂ। ਇਹਦਾ ਮਤਲਬ ਕੀ ਆ ਕੁਝ ਪਲਾਸਟਿਕ ਨੂੰ ਤਾਂ ਆਸਾਨੀ ਨਾਲ ਮੋੜਿਆ ਜਾ ਸਕਦਾ ਹੈ ਦੂਸਰਾ ਕੀ ਹੈ ਕੁਝ ਮੋੜਨ ਤੇ ਟੁੱਟ ਜਾਂਦੇ ਹਨ। ਦੋਨੇ ਤਰ੍ਹਾਂ ਹੁੰਦੇ ਆ ਕੋਈ ਤਾਂ ਆਸਾਨੀ ਨਾਲ ਮੋੜਿਆ ਜਾ ਸਕਦਾ ਹੈ ਕੁਝ ਮੋੜਨ ਤੇ ਟੁੱਟ ਜਾਂਦੇ ਹਨ। ਕੁਝ ਹੁੰਦੇ ਆ ਜਿਹਨਾਂ ਨੂੰ ਗਰਮ ਕਰਕੇ ਆਪਾਂ ਦਾ ਰੂਪ ਬਦਲ ਸਕਦੇ। ਠੀਕ ਹੈ ਜਦੋਂ ਕੀ ਹੈ ਪਲਾਸਟਿਕ ਨੂੰ ਗਰਮ ਕਰਦੇ ਦਾ ਰੂਪ ਕੀ ਹੈ ਬਦਲ ਜਾਂਦਾ ਹੈ। ਕੁਝ ਦਾ ਕੀ ਹੈ ਪਲਾਸਟਿਕ ਨੂੰ ਗਰਮ ਕਰਨ ਤੇ ਉਸ ਦਾ ਰੂਪ ਬਦਲਿਆ ਜਾ ਸਕਦਾ ਹੈ। ਹੁਣ ਇਹਨਾਂ ਦੇ ਗੱਲਾਂ ਦੇ ਆਧਾਰ ਤੇ ਆਪਾਂ ਪਲਾਸਟਿਕ ਨੂੰ ਦੋ ਕਿਸਮਾਂ ਚ ਵੰਡਾਂਗੇ। ਆਪਾਂ ਇਹਨਾਂ ਤਿੰਨ ਗੁਣਾਂ ਦੇ ਆਧਾਰ ਤੇ ਪਲਾਸਟਿਕ ਨੂੰ ਆਪਾਂ ਦੋ ਕਿਸਮਾਂ ਚ ਵੰਡਾਂਗੇ। ਇੱਕ ਤਾਂ ਹੈ ਥਰਮੋਪਲਾਸਟਿਕ। ਪਹਿਲੀ ਕਿਸਮ ਕਿਹੜੀ ਆਪਾਂ ਦੇਖਦੇ ਹਾਂ ਥਰਮੋਪਲਾਸਟਿਕ। ਦੂਜੀ ਕਿਸਮ ਦਾ ਨਾਂ ਦੇ ਨਾਲ ਦਾ ਥਰਮੋਸੈਟਿੰਗ ਪਲਾਸਟਿਕ। ਜਿਹੜੇ ਦੇ ਗੁਣ ਸਿੱਧੇ ਹੱਥੇ ਆਪਾਂ ਪਲਾਸਟਿਕ ਨੂੰ ਕੀ ਵੰਡਤਾ ਦੋ ਕਿਸਮਾਂ ਚ ਵੰਡਤਾ।
प्लास्टिक में दो किस्म हो गई प्लास्टिक में किस्म पहली है थर्मोप्लास्टिक दूजी है थर्मोसेटिंग प्लास्टिक। हुण थर्मोप्लास्टिक की हुंदी है अजिहा प्लास्टिक जो गर्म करन ते आसानी नाल मुड़ जाता है। एक ही है अजिहा प्लास्टिक जो कि गर्म करन ते आसानी नाल मुड़ जाता है। एक ही हो गया अजिहा प्लास्टिक जो गर्म करन ते आसानी नाल मुड़ जाता है, उसनूं आपां कहने आ थर्मोप्लास्टिक कहा जाता है। हुण थर्मोसेटिंग प्लास्टिक की है अजिहा प्लास्टिक जिसनूं एक बार जिस ढांचे विच ढाल लिता जाए वो उसे च ही रहिंदा है, गर्म करके नरम नहीं अपन कर सकते। ये की होगा अजिहा प्लास्टिक जिसनूं जिस सांचे ढाल लिया आपां जिसनूं जिस सांचे विच जां जिस रूप विच जां जिस शक्ल विच ढाल लिया जावे वो उसे रूप विच रहिंदा है। गर्म करन ते नरम नहीं किया जा सकता। एक ही है गर्म करन ते नरम हो जाता है। इसका की बनूंगा गर्म करन ते नरम नहीं हुंदा। तीसरा आप इहदियां जो है इस तरह 2 नंबर का क्वेश्चन भी आ सकता है भी तुसी थर्मोप्लास्टिक ते थर्मोसेटिंग प्लास्टिक विच कुछ अंतर दसो, ये आपां दस सकते हैं। जो 3 नंबर चाहे तो आप तीजे एक उदाहरण भी दे सकते हैं। उदाहरण कि आ सकती है जिवें की है थर्मोसेटिंग की है थर्मोप्लास्टिक की है पॉलीथीन पीवीसी पॉलीनाइट्राइड की उदाहरण है। इन्हां दी वरतों कित्थे हुंदी है खिडौने बनाउण लई हुंदी है। इन्हां दी वरतों कित्थे हुंदी है खिडौने बनाउण लई कंघियां बनाउण लई जां कुछ बर्तन बनाउण विच भी इसदी वरतों कीती जा सकदी है। जो थर्मोसेटिंग प्लास्टिक की हुंदे आ ये की हुंदा है इहदा खास गुण हुंदा है कि हुंदा हैगा ਇਹ बिजली ਅਤੇ गर्मी ਦੇ ਸੁਚਾਲਕ ਹੁੰਦੇ ਹਨ। ਇਸ ਦੀ ਵਰਤੋਂ ਕਿੱਥੇ ਹੋਊਗੀ ਸਵਿਚ ਬਣਾਉਣ ਲਈ, ਇੱਥੇ ਆਪਾਂ ਨੂੰ ਕਰੰਟ ਨਾ ਲੱਗੇ। ਇਸ ਦੀ ਵਰਤੋਂ ਕਿੱਥੇ ਹੁੰਦੀ ਹੈ ਸਵਿਚ ਬਣਾਉਣ ਲਈ ਜਾਂ ਬਰਤਨਾਂ ਦੇ ਹੱਥੇ ਬਣਾਉਣ ਲਈ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ ਬਰਤਨਾਂ ਦੇ ਹੱਥੇ ਜੇ ਤਾਪ ਦੇ ਚਾਲਕ ਹੋਣਗੇ ਤਾਂ ਇੱਥੇ ਗਰਮ ਨੂੰ ਚੱਕਣਾ ਔਖਾ ਹੋਊਗਾ। ਜੇ ਬਿਜਲੀ ਦੇ ਉਪਕਰਨ ਨੇ ਸਵਿਚ ਆਏਗੇ ਬਿਜਲੀ ਚਾਲਕ ਹੋਣਗੀਆਂ ਤਾਂ ਕਰੰਟ ਕੰਡਾ ਰਹਿੰਦਾ। ਇਸ ਲਈ ਇਹ ਬਿਜਲੀ ਦਾ ਕੀ ਹੈ ਕੁਚਾਲਕ ਹੈ ਦੀ ਵਰਤੋਂ ਸਵਿਚ ਤੇ ਬਰਤਨਾਂ ਦੇ ਹੱਥੇ ਬਣਾਉਣ ਲਈ ਕੀਤੀ ਜਾ ਸਕਦੀ ਹੈ। ਇਹ ਇੱਕ ਕੁਐਸਚਨ ਆਪਾਂ ਨੂੰ ਆ ਸਕਦਾ ਹੈ ਵੀ ਦੋਨਾਂ 'ਚ ਅੰਤਰ ਕੀ ਹੈ ਜਾਂ ਇੱਕ ਇਕੱਲੇ ਥਰਮੋਸੈਟਿੰਗ ਪਲਾਸਟਿਕ ਬਾਰੇ ਜਾਂ ਥਰਮੋਪਲਾਸਟ ਬਾਰੇ ਪੁੱਛ ਸਕਦੇ ਆ ਤਾਂ ਦੋਨੇ ਤੁਸੀਂ ਲਰਨ ਕਰਕੇ ਸਾਨੂੰ ਦਾ ਜਵਾਬ ਤੁਸੀਂ ਦੇ ਸਕਦੇ ਹੋ। ਇੱਕ ਪਲਾਸਟਿਕ ਹੋਰ ਲੱਗਾ ਮੈਲਾਮਾਈਨ ਪਦਾਰਥ ਵਿੱਚ ਇੱਕ ਅਲੱਗ ਕਿਸਮ ਦੀ ਹੈ। ਆਪਾਂ ਇੱਕ ਹੋਰ ਡਿਸਕਸ ਕਰਦੇ ਹਾਂ ਪਦਾਰਥ ਦਾ प्लास्टिक मेलामाइन। मेलामाइन भी एक उपयोगी पदार्थ है, ये भी एक बहुत उपयोगी पदार्थ है। एक भी की आग का प्रतिरोधक है।
ਗਰਮੀ ਸਹਿਣ ਦੀ ਸਮਰੱਥਾ ਦੀ ਵੱਧ ਹੁੰਦੀ ਹੈ, ਜਾਣੀ ਕਿ ਹੀਟ ਨੂੰ ਟੋਲਰੇਟ ਕਰ ਸਕਦਾ ਹੈਗਾ। ਗਰਮੀ ਸਹਿਣ ਕਰਨ ਦੀ ਸਮਰੱਥਾ ਵੱਧ ਹੁੰਦੀ ਹੈ। ਹੁਣ ਦੇਖੋ ਅੱਗ ਦਾ ਪ੍ਰਤੀਰੋਧਕ ਹੈਗਾ, ਗਰਮੀ ਸਹਿਣ ਕਰਨ ਦੀ ਸਮਰੱਥਾ ਵੱਧ ਹੁੰਦੀ ਹੈ। ਇਸ ਦੀ ਵਰਤੋਂ ਕਿੱਥੇ ਹੋਊਗੀ? ਫਰਸ਼ ਦੀਆਂ ਟਾਈਲਾਂ ਬਣਾਉਣ ਲਈ, ਰਸੋਈ ਦੇ ਬਰਤਨ ਬਣਾਉਣ ਲਈ ਵੀ ਵਰਤੋਂ ਹੁੰਦੀ ਹੈ। ਕਿੱਥੇ ਵਰਤੋਂ ਹੁੰਦੀ ਹੈ? ਟਾਈਲਾਂ ਜਾਂ ਰਸੋਈ ਦੇ ਬਰਤਨ ਬਣਾਉਣ ਲਈ ਇਹਦੀ ਵਰਤੋਂ ਹੁੰਦੀ ਹੈ। ਹੁਣ ਆਪਾਂ ਅੱਗੇ ਗੱਲ ਕਰੀਏ ਪਲਾਸਟਿਕ ਆਪਾਂ ਘਰਾਂ ਦੇ ਵਿੱਚ ਤੁਸੀਂ ਆਮ ਦੇਖਿਆ ਹੋਇਆ ਕਿੱਥੇ ਕਿੱਥੇ ਆਪਾਂ ਯੂਜ਼ ਕਰਦੇ ਹਾਂ। ਥੋੜਾ ਹੋਰ ਧਿਆਨ ਨਾਲ ਸੋਚੋ, ਘਰ ਦੇ ਵਿੱਚ ਕੋਈ ਵੀ ਚੀਜ਼ ਸਟੋਰ ਕਰਨੀ ਹੋਵੇ ਤਾਂ ਆਪਾਂ ਕਾਹਦੀ ਵਰਤੋਂ ਕਰਦੇ ਹਾਂ? ਪਲਾਸਟਿਕ ਦੇ ਬਣੇ ਹੋਏ ਕੰਟੇਨਰ ਦੀ ਵਰਤੋਂ ਕਰਦੇ ਹਾਂ। ਆਮ ਤੌਰ ਦੇਖਿਆ ਤੁਸੀਂ ਬਾਜ਼ਾਰ ਤੇਲ ਲੈਣ ਜਾਂਦੇ ਹੋ, ਤੇਲ ਕਾਹਦੇ ਪਾਇਆ ਹੁੰਦਾ? ਪਲਾਸਟਿਕ ਦੀ ਬੋਤਲ ਵਿੱਚ ਪਾਇਆ ਹੁੰਦਾ। ਅਚਾਰ ਪਾਉਣੇ ਹੋ, ਅਚਾਰ ਕਾਹਦੇ ਪਾਇਆ ਹੁੰਦਾ? ਉਹ ਵੀ ਪਲਾਸਟਿਕ ਦੇ ਕੰਟੇਨਰ 'ਚ ਪਾਇਆ ਹੁੰਦਾ ਹੈਗਾ। ਸੁੱਕੇ ਮੇਵੇ ਜਾਂ ਕੋਈ ਹੋਰ ਵਸਤੂ ਸਟੋਰ ਕਰਨੇ ਦਾ ਕਿੱਥੇ ਕਰਦੇ ਹਾਂ? ਆਪਾਂ ਪਲਾਸਟਿਕ ਦੇ ਕੰਟੇਨਰ ਵਿੱਚ ਕਰਦੇ ਹਾਂ। ਜਾਂ ਮਤਲਬ ਕੀ ਹੈ? ਭੋਜਨ ਪਦਾਰਥਾਂ ਨੂੰ ਸਟੋਰ ਕਰਨ ਲਈ ਇਹਦੀ ਵਰਤੋਂ ਹੁੰਦੀ ਹੈ। ਪਲਾਸਟਿਕ ਦੇ ਪਦਾਰਥਾਂ ਦੀ ਵਰਤੋਂ ਹੁੰਦੀ ਹੈ। ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਹੁੰਦੀ ਹੈ। ਹੁਣ ਇਹਦਾ ਕਾਰਨ ਕੀ ਹੈ? ਇਹਨਾਂ ਦੀ ਵਰਤੋਂ ਕਿਉਂ ਹੁੰਦੀ ਹੈ? ਇਹ ਮਤਲਬ ਪੰਜਾਬੀ ਚ ਕਹਿ ਲਈਏ ਆਪਾਂ, ਇਹ ਸੁਵਿਧਾਜਨਕ ਕਿਉਂ ਹੈ? ਭੋਜਨ ਪਦਾਰਥਾਂ ਨੂੰ ਸਟੋਰ ਕਰਨਾ ਪਲਾਸਟਿਕ ਦੇ ਬਰਤਨਾਂ ਸੁਵਿਧਾਜਨਕ ਕਿਉਂ ਹੈ? ਉਹਦੇ ਕਾਫੀ ਕਾਰਨ ਹੈਗੇ। ਸਭ ਤੋਂ ਪਹਿਲਾ ਕਾਰਨ ਆਪਾਂ ਦੇਖਦੇ ਹਾਂ, ਹੌਲਾਪਨ, ਜਾਂ ਆਪਾਂ ਕਹਿ ਸਕਦੇ ਹਾਂਗੇ ਹੌਲਾ ਭਾਰ, ਜਾਂ ਆਪਾਂ ਕਹਿੰਦੇ ਹਾਂ ਹਲਕਾ। ਪਲਾਸਟਿਕ ਦਾ weight ਆ ਉਹ ਬਹੁਤ ਥੋੜਾ ਹੁੰਦਾ, ਜਿਸ ਕਰਕੇ ਇਹਨੂੰ ਚੱਕਣਾ ਕਰਨਾ ਕੀ ਹੈ ਆਸਾਨ ਹੁੰਦਾ, ਜਿਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦੂਸਰਾ, ਕੀਮਤ। ਬਾਕੀ ਧਾਤਾਂ ਦੇ ਭਾਂਡਿਆਂ ਦੇ ਨਾਲੋਂ ਪਲਾਸਟਿਕ ਦੇ ਬਰਤਨਾਂ ਦੀ ਕੀਮਤ ਕੀ ਹੈ? ਬਹੁਤ ਥੋੜੀ ਹੁੰਦੀ ਹੈ, ਜੋ ਕਿ ਆਸਾਨੀ ਨਾਲ ਪਰਚੇਜ ਕੀਤੀ ਜਾ ਸਕਦੀ ਹੈ, ਜਿਸ ਲਈ ਇਹਨਾਂ ਦੀ ਵਰਤੋਂ ਕੀ ਹੈ? ਜ਼ਿਆਦਾ ਹੁੰਦੀ ਹੈ। ਤੀਸਰਾ ਕਾਰਨ, ਮਜ਼ਬੂਤੀ। ਪਲਾਸਟਿਕ ਦੇ ਕੰਟੇਨਰ ਹੈ ਇਹ ਕੀ ਹੈ? ਮਜ਼ਬੂਤ ਹੁੰਦੇ ਆ, ਜਿਸ ਕਰਕੇ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਲਕਾ ਭਾਰ ਹੋਣ ਕਰਕੇ ਇਹਦੀ ਵਰਤੋਂ ਘਰਾਂ ਦੇ ਨਾਲ ਕਾਰਾਂ, ਹਵਾਈ ਜਹਾਜ਼ਾਂ, ਸਪੇਸ ਕਰਾਫਟ ਦੇ ਜਿਹੜੇ ਕੁਝ ਪੁਰਜੇ ਬਣਾਉਣ ਲਈ ਕੀ ਇਹਦੀ ਵਰਤੋਂ ਕੀਤੀ ਹੁੰਦੀ ਹੈ। ਇਸ ਤੋਂ ਇਲਾਵਾ ਆਪਾਂ ਦੇਖਿਆ ਵੀ ਚੱਪਲਾਂ ਪਲਾਸਟਿਕ ਦੀਆਂ ਬਣਦੀਆਂ, ਰਬੜ ਦੀਆਂ ਬਣਦੀਆਂ ਹੈਗੀਆਂ, ਫਰਨੀਚਰ ਬਣਦਾ ਹੈਗਾ, ਸਜਾਵਟ ਦੀਆਂ ਵਸਤੂਆਂ ਬਣਦੀਆਂ, ਇਹ ਸਾਰੀਆਂ ਪਲਾਸਟਿਕ ਦੀਆਂ ਬਣਦੀਆਂ ਹੈਗੀਆਂ। ਚੌਥਾ ਵੱਡਾ ਕਾਰਨ ਪਲਾਸਟਿਕ ਦਾ ਅਕਿਰਿਆਸ਼ੀਲ ਹੋਣਾ। ਪਲਾਸਟਿਕ ਕੀ ਹੈ? ਕਿਸੇ ਵੀ ਜੋ ਸ਼ਾਮ ਦੇਖਿਆ ਹੋਊਗਾ ਆਪਾਂ ਲੋਹੇ ਨੂੰ ਬਾਹਰ ਰੱਖ ਦਈਏ ਤਾਂ ਉਹ 'ਚ ਕੀ ਹੁੰਦਾ ਹੈਗਾ? ਹਵਾ ਤੇ ਨਮੀ ਦੇ ਜੁੜਨ ਨਾਲ ਕੀ ਜੰਗ ਲੱਗ ਜਾਂਦੀ ਹੈ, ਲੋਹੇ ਨੂੰ ਜਰ ਲੱਗ ਜਾਂਦੀ ਹੈ, ਉਹਨੂੰ ਜਰ ਕਹਿੰਦੇ, ਯਾਨੀ ਕਿ ਧਾਤ ਦਾ ਖੋਰਨ ਹੋ ਜਾਂਦਾ ਹੈ। ਜਦੋਂ ਕਿ ਪਲਾਸਟਿਕ ਦੇ ਵਿੱਚ ਅਜਿਹਾ ਕੁਛ ਨਹੀਂ ਹੁੰਦਾ, ਜਿਸ ਕਰਕੇ ਇਹਦੀ ਵਰਤੋਂ ਕੀ ਆ? ਸੁਵਿਧਾਜਨਕ ਲੱਗਦੀ ਹੈ। ਇਹ ਤੁਹਾਨੂੰ ਸਮਝ ਆ ਗਿਆ ਹੋਵੇਗਾ। ਹੁਣ ਅਗਲਾ ਪੁਆਇੰਟ ਜੋ ਆਪਾਂ ਡਿਸਕਸ ਕਰਨਾ ਹੈ, प्लास्टिक की है अक्रियाशील है। प्लास्टिक अक्रियाशील है। थोड़ा दिन पहले दस ही गया सी तो बाकी धातां होंदियां वो की करदियां, धातां की करदियां हवा ते जो पानी दे इन्हां दा मेल हुंदा हैगा ते इन्हां नाल की ओह किरिया कर लैंदियां, की कर लैंदियां ओह किरिया करदियां गियां ते धातमी खोरन हुंदा है। धात दे उत्ते की भूरे रंग की परत चढ़ जाती है
ਜਿਸ ਕਰਕੇ ਕੀ ਆ ਉਹ ਜਿਵੇਂ ਲੋਹ ਤੁਸੀਂ ਦੇਖਿਆ ਆਮ ਤਾਂ ਲੋਹੇ ਦਾ ਜੇ ਕੋਈ ਚੀਜ਼ ਬਾਹਰ ਪਈ ਰਹਿ ਜੇ ਤਾਂ ਉਸ ਕੀ ਤੇ ਖਾਕੀ ਜਿਹੀ ਪਰ ਚੜੇ ਜਾਂਦੀ ਹਨ ਤੋਂ ਕੀ ਲਾਉਣੇ ਦਾ ਧਾਤ ਦਾ ਕੀ ਖੋਰ ਨਹੀਂ ਹੁੰਦਾ। ਪਰ ਜਦੋਂ ਕਿ ਪਲਾਸਟਿਕ ਕੀ ਆ ਕਿਰਾਸ਼ੀਲ ਹੈ ਉਹ ਕਿਸੇ ਵੀ ਹਵਾ ਦੇ ਪਾਣੀ ਦੇ ਸੰਪਰਕ ਵਿੱਚ ਆਉਣ ਕੇ ਕੋਈ ਕੀੜਾ ਨਹੀਂ ਕਰਦਾ, ਇਸ ਲਈ ਇਹ ਖਰਾਬ ਨਹੀਂ ਹੁੰਦੇ। ਦੂਜਾ ਕੀ ਹੈ ਦੱਸੇ ਪਲਾਸਟਿਕ ਵਿਸ਼ੇਸ਼ਤਾਵਾਂ ਤੁਹਾਨੂੰ ਦੱਸ ਦਿੱਤੀਆਂ, ਉਹ ਦੁਬਾਰਾ ਰਿਪੀਟ ਕਰਨ ਨਾਲ ਪਲਾਸਟਿਕ ਕੀ ਹਲਕਾ ਹੁੰਦਾ ਹੈਗਾ। ਮੈਂ ਜ਼ਿਆਦਾ ਤੇਜ਼ ਨਹੀਂ ਜਾਊਂਗਾ ਕਿ ਪਹਿਲਾਂ ਇਸ ਕੀਤਾ ਤੀਸਰਾ ਪੁਆਇੰਟ ਕੀ ਪੜਿਆ ਸੀ ਆਪਾਂ, ਮਜ਼ਬੂਤ ਹੁੰਦਾ ਹੈਗਾ, ਹੰਡਨਸਾਰ ਹੁੰਦਾ ਹੈਗਾ, ਤੇ ਚੌਥਾ ਪੁਆਇੰਟ ਆਪਾਂ ਪੜਿਆ ਸੀਗਾ ਘੱਟ ਕੀਮਤ ਹੁੰਦੀ ਹੈ। ਇਹ ਵੀ ਕੁਐਸਚਨ ਤੁਹਾਨੂੰ 2 ਨੰਬਰ ਵਿੱਚ ਆ ਸਕਦਾ, ਪਲਾਸਟਿਕ ਦੀਆਂ ਵਿਸ਼ੇਸ਼ਤਾਵਾਂ ਦੱਸੋ। नेक्स्ट की है प्लास्टिक की है, अगली विशेषता की है प्लास्टिक बिजली ते ताप दा कुचालक है। प्लास्टिक की है बिजली ते ताप दा कुचालक है। प्लास्टिक गर्मी ਅਤੇ बिजली ਦਾ कुचालक है, इसलिए इसकी वरतों कित्थे होगी ਆਪਾਂ ਪਹਿਲਾਂ ਪੜਿਆ ਸੀਗਾ। ਇਸ ਦੀ ਵਰਤੋਂ ਕਿੱਥੇ ਹੋਗੀ, ਤਾਰਾਂ ਤੁਸੀਂ ਦੇਖਿਓ ਬਿਜਲੀ ਦੀਆਂ ਤਾਰਾਂ ਉੱਤੇ ਕੀ ਹੈ ਪਲਾਸਟਿਕ ਦੀ ਪਰ ਚੜੀ ਹੁੰਦੀ ਹੈ। ਅੰਦਰ ਤਾਂਬਾ ਤਾਰ ਹੁੰਦੀ ਹੈ, ਤਾਂਬੇ ਤਾਰ ਉੱਤੇ ਇੱਕ ਹਰੀ ਕਦੇ ਤੁਸੀਂ ਕੋ ਹਰੀ ਪਰ ਚੜੀ ਹੈ, ਲਾਲ ਪਰ ਚੜੀ ਹੈ, ਕਾਲੀ ਪਰ ਚੜੀ ਹੈ, ਉਹ ਸਾਰਾ ਕੀ ਹੈ ਪਲਾਸਟਿਕ ਦੀ ਪਰ ਚੜੀ ਤਾਂ ਕਿ ਕਰੰਟ ਲੱਗਣ ਤੋਂ ਬਚਿਆ ਜਾ ਸਕੇ, ਕਿਉਂਕਿ ਇਹ ਕੀ ਹੈ ਤਾਪ ਦੇ ਬਿਜਲੀ ਦਾ ਕੁਚਾਲਕ ਹੈ। ਇਹ ਤਾਰਾਂ ਦੇ ਉੱਪਰ ਪਰ ਚੜੀ ਹੁੰਦੀ ਹੈ, ਉੱਪਰ ਪਲਾਸਟਿਕ ਦੀ ਚੜੀ ਹੁੰਦੀ ਹੈ। ਤਾਪ ਦਾ ਕੁਚਾਲਕ ਹੋਣ ਕਰਕੇ ਬਰਤਨਾਂ ਦੇ ਹੱਥੇ ਪਲਾਸਟਿਕ ਦੇ ਬਣੇ ਹੁੰਦੇ ਹਨ ਤਾਂ ਕਿ ਕੰਮ ਕਰਨ ਵਿੱਚ ਆਸਾਨੀ ਹੋਵੇ। ਪਲਾਸਟਿਕ ਦੀ ਵਰਤੋਂ ਹੋਰ ਕਿੱਥੇ ਹੋ ਸਕਦੀ ਹੈ, तीजा पॉइंट पर करिए प्लास्टिक की वरतों कितने होंगी है, मेडिकल उपकरण बनाने। देखिए आमतौर पर जो इंजेक्शन वगैरह होंगे हो कि एक प्लास्टिक दियाँ छोटी छोटी शीशियां में की स्टोर किए होंगे। इवन के जी सरिंज होंगी जो टीका डॉक्टर लाते इंजेक्शन लाते डॉक्टर जिन्हें मेडिसिन लाते हैं। इस तो बिना सर्जरीकल इंस्ट्रूमेंट भी प्लास्टिक बने होंगे हैं। और प्लास्टिक ही बनते हैं माइक्रोवेव ओवन से देख लो घर माइक्रोवेव ओवन के भांडे होंगे वो भी की है प्लास्टिक के बने होंगे हैं। क्यों बने होंगे हैं, क्योंकि ये की है बहुत ज़्यादा ताप नूं की है झल सकते हैं, यानी मजबूत होंगे हैं, जिस करके इन्हों की वरतों की होंगी है प्लास्टिक मतलब माइक्रोवेव ओवन में इन्हों की वरतों की जाती है। अगला पॉइंट एक टेफ्लॉन होंदा है। टेफ्लॉन भी की एक प्लास्टिक ही है। इसकी वरतों कित्थे कीती जाती है, इसकी वरतों भोजन पकाने लई कीती जाती है। क्योंकि इसकी वरतों कित्थे कीती जाती है, भोजन पकाने वाले बर्तन बनाने। कारण की है, क्यों की जाती है, क्योंकि इस ते तेल नहीं चिपकदा, क्योंकि इस ते तेल नहीं चिपकदा। अगला की है अग बुझाने वाले कर्मचारियों की वर्दियां, तुसीं आम देखा होगा। मैलामाइन में पहला ही गल की थी कि मैलामाइन ये प्लास्टिक की किस्म है जिहड़ी कि अगरोधक है। एक ही अगरोधक है, इसलिए जिहड़े अग बुझाउण वाले जिहड़े कर्मचारी हुंदे आ, ठीक है, उन्हां दी वर्दियां हुंदियां ने, उन्हां उत्ते दी पर चढ़ी हुंदी। अगरोध होने कारण अग बुझाउण वाले
ਕਰਮਚਾਰੀਆਂ ਦੀਆਂ ਵਰਦੀਆਂ ਤੇ ਇਸ ਦੀ ਪਰਤ ਚੜੀ ਹੁੰਦੀ ਹੈ।